ਅੱਜ ਦੇ ਇਸ ਮਾਨਸਿਕ ਪਰੇਸ਼ਾਨੀ ਭਰੇ ਅਤੇ ਭੱਜ ਦੌੜ ਭਰੇ ਜੀਵਨ ਦੇ ਵਿੱਚ ਹਰ ਕੋਈ ਮਨੁੱਖ ਆਤਮਿਕ ਆਨੰਦ, ਸ਼ਾਂਤੀ, ਟਿਕਾਊ ਦੀ ਤਲਾਸ਼ ਵਿੱਚ ਹੈ। ਇਸ ਦਾ ਰਸਤਾ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਆਨੰਦ ਸਾਹਿਬ ਦੀ ਬਾਣੀ ਉਚਾਰ ਕੇ ਸੁਆਓ ਆਨੰਦ ਦਾ ਰਸਤਾ ਕੀ ਹੈ, ਆਨੰਦ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਆਨੰਦ ਦੀ ਪ੍ਰਾਪਤੀ ਲਈ ਕੀ ਕੁਝ ਕਰਨਾ ਪਏਗਾ ਅਤੇ ਕੀ ਕੁਝ ਛੱਡਣਾ ਪਏਗਾ, ਇਸ ਦੀ ਵਿਚਾਰ ਸਾਂਝੀ ਕਰਦੇ ਹਾਂ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਨੰਦ ਸਾਹਿਬ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 917 ਤੋਂ ਸ਼ੁਰੂ ਹੋ ਕੇ 922 ਦੇ ਤੱਕ ਚੱਲਦੀ ਹੈ। ਇਸ ਬਾਣੀ ਦੇ ਵਿੱਚ ਕੁੱਲ 40 ਪੌੜੀਆਂ ਹਨ। 40 ਪੌੜੀਆਂ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੱਖ-ਵੱਖ ਨਜ਼ਰੀਏ ਤੋਂ ਵੱਖ-ਵੱਖ ਪੁਆਇੰਟ ਲੈ ਕੇ ਇਨਸਾਨ ਨੂੰ, ਮਨੁੱਖ ਨੂੰ, ਜਗਿਆਸੂ ਨੂੰ ਆਤਮਿਕ ਆਨੰਦ ਪ੍ਰਾਪਤ ਕਰਨ ਦਾ ਮਾਰਗ ਦੱਸਿਆ ਹੈ। ਤੇ ਆਨੰਦ ਦੀ ਗੱਲ ਜਦੋਂ ਕਰਦੇ ਹਾਂ, ਇੱਕ ਗੱਲ ਹੋਰ ਯਾਦ ਰੱਖਣੀ ਜ਼ਰੂਰੀ ਹੈ। ਆਨੰਦ ਦੇ ਕੋਈ ਆਪੋਜ਼ਿਟ ਸ਼ਬਦ ਨਹੀਂ ਹੈ। ਜਿਵੇਂ ਦੁੱਖ ਦੇ ਆਪੋਜ਼ਿਟ ਸੁੱਖ ਹੋ ਗਿਆ, ਖੁਸ਼ੀ ਦੇ ਆਪੋਜ਼ਿਟ ਗਮੀ ਹੋ ਗਈ, ਮਾਣ ਦੇ ਦੂਜੇ ਪਾਸੇ ਅਪਮਾਨ ਹੋ ਗਿਆ, ਜਨਮ ਦੇ ਦੂਸਰੇ ਪਾਸੇ ਮਰਨ ਸ਼ਬਦ ਹੋ ਗਿਆ। ਪਰ ਆਨੰਦ ਦੇ ਆਪੋਜ਼ਿਟ ਕੋਈ ਸ਼ਬਦ ਨਹੀਂ ਹੈ। ਜਿਸ ਨੂੰ ਆਨੰਦ ਦੀ ਪ੍ਰਾਪਤੀ ਹੋ ਜਾਏ ਉਹ ਸਦਾ ਹੀ ਖੜਾਓ ਵਿੱਚ ਰਹਿੰਦਾ ਹੈ। ਸੋ ਆਨੰਦ ਸਾਹਿਬ ਦੀ ਆਰੰਭਤਾ ਕਰਦੇ ਹੋਏ ਗੁਰੂ ਅਮਰਦਾਸ ਜੀ ਨੇ ਸਿਰਲੇਖ ਬਖਸ਼ਿਸ਼ ਕੀਤਾ, ਰਾਮਕਲੀ ਮਹੱਲਾ ਤੀਜਾ ਆਨੰਦ। ਰਾਮਕਲੀ ਰਾਗ ਦਾ ਨਾਮ ਹੈ। ਤੀਜਾ ਮਹਿਲ ਭਾਵ ਗੁਰੂ ਅਮਰਦਾਸ ਜੀ ਮਹਾਰਾਜ ਆਪ ਜੀ ਦੇ ਮੁਖ ਤੋਂ ਉਚਾਰਨ ਕੀਤੀ ਬਾਣੀ ਹੈ। ਆਨੰਦ ਸ਼ਬਦ ਅੱਗੇ ਲਿਖਿਆ ਹੈ, ਇਹ ਬਾਣੀ ਦਾ ਨਾਮ ਹੈ। ਆਨੰਦ ਨਾਮ ਕੇਵਲ ਨਾਮ ਰੱਖਣ ਲਈ ਨਹੀਂ ਰੱਖਿਆ ਹੈ, ਬਲਕਿ ਗੁਰੂ ਸਾਹਿਬ ਇਸ ਬਾਣੀ 'ਚ ਆਨੰਦ ਦੀ ਵਿਆਖਿਆ ਕਰ ਰਹੇ ਨੇ। ਆਨੰਦ ਹੈ ਕਿ ਕਿਵੇਂ ਪ੍ਰਾਪਤ ਹੋਵੇਗਾ ਤੇ ਆਪਣੇ ਜੀਵਨ ਨੂੰ ਆਨੰਦਮਈ ਕਿਵੇਂ ਬਣਾਇਆ ਜਾ ਸਕਦਾ ਹੈ। ਪਰ ਇਹ ਗੱਲ ਅਫਸੋਸ ਨਾਲ ਕਹਿਣੀ ਪੈ ਰਹੀ ਹੈ ਕਿ ਆਨੰਦ ਸਾਹਿਬ ਦਾ ਪਾਠ ਤੇ ਜਾਪ ਤੇ ਬਹੁਤ ਹੁੰਦਾ ਹੈ, ਪਰ ਆਨੰਦ ਦੀ ਵਿਚਾਰ ਬਹੁਤ ਘੱਟ ਹੁੰਦੀ ਹੈ ਕਿ ਕਿਵੇਂ ਆਨੰਦ ਪ੍ਰਾਪਤ ਹੋਵੇ। ਖਜ਼ਾਨਾ ਸਾਡੇ ਕੋਲ ਹੈ, ਸਭ ਕੁਛ ਘਰ ਮੈਂ ਹੈ, ਬਾਹਰ ਨਹੀਂ, ਬਾਹਰ ਡੋਲੇ ਸੋ ਭਰਮ ਭੁਲਾਹੀ। ਨਾ ਲੱਭਣ ਕਰਕੇ, ਘਰ ਦੇ ਵਿੱਚ ਖੋਜ ਨਾ ਕਰਨ ਕਰਕੇ ਸਾਡੇ ਗੁਰੂ ਕੇ ਸਿੱਖ ਬਹੁਤ ਪਰਿਵਾਰ ਬਾਹਰ ਭਟਕਦੇ ਫਿਰਦੇ ਹਨ ਤੇ ਖੱਜਲ ਖੁਆਰ ਹੋ ਰਹੇ ਹਨ। ਸੋ ਆਨੰਦ ਸਾਹਿਬ ਇੱਕ ਖਜ਼ਾਨਾ ਹੈ ਆਤਮਿਕ ਆਨੰਦ ਤੇ ਰਸ ਦਾ। ਤੋ ਇਸ ਖਜ਼ਾਨੇ ਦੀ ਆਰੰਭਤਾ ਕਰਦੇ ਹੋਏ ਗੁਰੂ ਅਮਰਦਾਸ ਜੀ ਸ਼ੁਰੂ ਵਿੱਚ ਮੰਗਲ ਲਿਖਦੇ ਹਨ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਸਿੱਖੀ ਦਾ ਸਿਧਾਂਤ ਹੈ। ਵਾਹਿਗੁਰੂ ਅਕਾਲ ਪੁਰਖ ਇੱਕ ਹੈ। ਪੂਰਨ ਗੁਰੂ ਦੇ ਪ੍ਰਸਾਦ, ਪੂਰਨ ਗੁਰੂ ਦੀ ਕਿਰਪਾ ਨਾਲੋਂ ਸਿੱਖ ਦੀ ਸਮਝ ਅਤੇ ਸੋਝੀ ਪੈਂਦੀ ਹੈ। ਇਸ ਤੋਂ ਅੱਗੇ ਸਤਿਗੁਰੂ ਜੀ ਬਾਣੀ ਆਰੰਭ ਕਰਦੇ ਹਨ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਹੇ ਮੇਰੀ ਮਾਂ, ਮੇਰੇ ਅੰਦਰ ਆਨੰਦ ਬਣ ਗਿਆ ਹੈ, ਪਰ ਕਦੋਂ? ਜਦੋਂ ਮੈਂ ਗੁਰੂ ਨੂੰ ਪ੍ਰਾਪਤ ਕਰ ਲਿਆ ਹੈ। ਤੋ ਆਨੰਦ ਦਾ ਮਾਰਗ ਗੁਰੂ ਨੂੰ ਮਿਲ ਕੇ ਹੋਵੇਗਾ। ਇਹ ਗੱਲ ਬਿਲਕੁਲ ਕਲੀਅਰ ਚਾਹੀਦੀ ਹੈ। ਤੇ ਆਉਣ ਵਾਲੀਆਂ ਬਾਕੀ ਪੌੜੀਆਂ 'ਚ ਵੀ ਗੁਰੂ ਸਾਹਿਬ ਇਸ ਗੱਲ ਦਾ ਕਈ ਜਗ੍ਹਾ ਦੁਹਰਾ ਕਰਨਗੇ ਕਿ ਆਤਮਿਕ ਆਨੰਦ ਦਾ ਰਸਤਾ ਗੁਰੂ ਦੇ ਜਰੀਏ ਪ੍ਰਾਪਤ ਹੋਵੇਗਾ। ਆਨੰਦ ਭਇਆ ਮੇਰੀ ਮਾਏ, ਭਇਆ ਦਾ ਅਰਥ ਪ੍ਰਾਪਤ ਹੋ ਗਿਆ ਹੈ। ਮੇਰੀ ਮਾਏ, ਮੇਰੀ ਮਾਂ। ਮਾਂ ਸ਼ਬਦ ਗੁਰਬਾਣੀ 'ਚ ਕਈ ਅਰਥਾਂ 'ਚ ਆਇਆ ਹੈ। ਬੁੱਧੀ ਲਈ ਤੇ ਅਕਲ ਲਈ ਵੀ ਮਾਂ ਸ਼ਬਦ ਆਇਆ ਹੈ। ਗੁਰੂ ਰਾਮਦਾਸ ਪਿਤਾ ਦੀ ਸਿਫਤ ਕਰਦੇ ਹੋਏ ਭੱਟਾਂ ਨੇ ਫਰਮਾਇਆ ਹੈ, ਹੇ ਗੁਰੂ ਰਾਮਦਾਸ ਪਾਤਸ਼ਾਹ, ਤੇਰੀ ਮਤ ਅਕਲ ਹੀ ਤੇਰੀ ਮਾਤਾ ਹੈ। ਮਤ ਮਾਤਾ ਸੰਤੋਖ ਪਿਤਾ ਸਰ ਸਹਿਜ ਸਮਾਇਓ। ਤੋ ਇੱਥੇ ਅਕਲ ਨੂੰ ਹੀ ਮਾਂ ਕਿਹਾ ਹੈ, ਬੁੱਧੀ ਨੂੰ ਹੀ ਮਾਂ ਕਿਹਾ ਹੈ। ਤੋ ਆਨੰਦ ਭਇਆ ਮੇਰੀ ਮਾਏ, ਹੈ ਮੇਰੀ ਮਾਂ, ਆਨੰਦ ਆ ਗਿਆ। ਜਿਵੇਂ ਕੋਈ ਇਨਸਾਨ ਆਪਣੇ ਅੰਦਰਲੇ ਨੂੰ ਕੋਈ ਸੰਬੋਧਨ ਕਰਕੇ ਕਹਿੰਦਾ ਵੀ ਮਣਾ, ਆਹਾ, ਆਨੰਦ ਆ ਗਿਆ। ਇਸੇ ਹੀ ਤਰ੍ਹਾਂ ਗੁਰੂ ਅਮਰਦਾਸ ਜੀ ਫਰਮਾ ਰਹੇ, ਜਦੋਂ ਗੁਰੂ ਨੂੰ ਮਿਲੀਦਾ ਤਾਂ ਅੰਦਰਲਾ ਬੰਦੇ ਦੀ ਬੁੱਧੀ, ਬੰਦੇ ਦਾ ਦਿਮਾਗ ਇਸ ਗੱਲ ਦੀ ਗਵਾਹੀ ਦਿੰਦਾ ਕਿ ਹੁਣ ਮੈਂ ਰਿਲੈਕਸ ਹੋ ਰਿਹਾ, ਹੁਣ ਮੇਰੀਆਂ ਜਿਹੜੀਆਂ ਤੰਦਾਂ ਖਿੱਚੀਆਂ ਰਹਿੰਦੀਆਂ ਸੀ ਉਹ ਹੁਣ ਰਿਲੈਕਸ ਹੋ ਰਹੀਆਂ ਨੇ, ਮੈਨੂੰ ਰਸ ਬਣ ਰਿਹਾ, ਆਨੰਦ ਬਣ ਰਿਹਾ ਹੈ। ਤੋ ਪਹਿਲੀ ਪੰਕਤੀ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਈਆਂ। ਗੁਰੂ ਤਾਂ ਮਿਲਿਆ, ਨਾਲ ਦੀ ਨਾਲ ਮਨ ਦੇ ਵਿੱਚ ਨਾ ਸਹਿਜ ਆ ਗਿਆ, ਟਿਕਾਓ ਆ ਗਿਆ। ਹੁਣ ਮਨ ਦੀ ਜਿਹੜੀ ਭਟਕਣਾ ਵਾਲੀ ਅਵਸਥਾ ਸੀ ਉਹ ਦੂਰ ਹੋਣੀ ਸ਼ੁਰੂ ਹੋ ਗਈ, ਕਿਉਂਕਿ ਗੁਰੂ ਸਹਿਜ ਦਾ ਘਰ ਹੈ। ਗੁਰੂ ਨੇ ਜਿਹੜੀ ਗੱਲ ਦੱਸਣੀ ਹੈ ਉਹ 'ਚ ਸਟੇਬਿਲਿਟੀ ਹੈ, ਉਹ ਅਚਲ ਮਤ ਵਾਲੀ ਚੀਜ਼ ਹੈ।
ਸੰਸਾਰ ਦੀਆਂ ਜਿਹੜੀਆਂ ਗੱਲਾਂ ਨੇ ਉਹ ਬੱਚੇ ਦੀ ਤਰ੍ਹਾਂ ਮੱਤ ਜਿਵੇਂ ਹੁੰਦੀ ਹੈ, ਚਲਾਏਮਾਨ ਨੇ, ਅੱਜ ਕੁਝ ਹੋਰ, ਕੱਲ ਕੁਝ ਹੋਰ, ਪਰਸੋਂ ਕੁਝ ਹੋਰ। ਪਰ ਗੁਰੂ ਦੀ ਮੱਤ ਅਚਲ ਹੋਣ ਕਰਕੇ ਉਹ ਗੱਲਾਂ ਤੇ ਜਦੋਂ ਅਮਲ ਕੀਤਾ, ਜੀਵਨ ਦਾ ਆਧਾਰ ਬਣਾਇਆ ਤੇ ਸਹਿਜ ਆਉਣ ਲੱਗ ਪਿਆ, ਟਿਕਾਊ ਆਉਣ ਲੱਗ ਪਿਆ। ਹੁਣ ਸਹਿਜ ਆਇਆ ਤੇ ਟਿਕਾਊ ਆਇਆ ਤੇ ਮਨ ਦੇ ਵਿੱਚ ਫਿਰ ਖੁਸ਼ੀ ਹੋਣੀ ਸ਼ੁਰੂ ਹੋ ਗਈ। ਮਨ ਆਪਣੇ ਮੂਲ ਸੁਭਾਅ ਨੂੰ ਸਮਝਣ ਲੱਗ ਪਿਆ, ਕਿਉਂਕਿ ਮੂਲ ਸੁਭਾਅ ਜਿਹੜਾ ਹੈ ਮਨ, ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮੂਲ ਸੁਭਾਅ ਤਾਂ ਇੱਥੇ ਹੈ। ਹੁਣ ਜਦੋਂ ਆਪਣੇ ਮੂਲ ਸੁਭਾਅ ਨੂੰ ਸੰਭਾਲਣ ਲੱਗਿਆ, ਸਮਝਣ ਲੱਗਿਆ ਤੇ ਰਸ ਬਣ ਗਿਆ। ਮਨ ਵੱਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਹੁਣ ਤੇ ਮਨ ਦੇ ਵਿੱਚ ਏਦਾਂ ਹੋ ਰਿਹਾ ਮਾਨੋ ਜਿਵੇਂ ਕੁੱਲ ਰਾਗ, ਰਤਨ ਦਾ ਅਰਥ ਹੈ ਸੋਹਣੇ, ਰਾਗ ਰਤਨ ਪਰਵਾਰ ਭਰੀਆਂ, ਭਰੀਆਂ ਦਾ ਅਰਥ ਹੈ ਰਾਗਣੀਆਂ, ਪਰਿਵਾਰ ਦਾ ਅਰਥ ਹੈ ਰਾਗ, ਆਪਣੇ ਰਾਗਾਂ ਸਮੇਤ, ਉਪ ਰਾਗਾਂ ਸਮੇਤ, ਰਾਗਣੀਆਂ ਸਮੇਤ। ਭਾਵ ਜਿਵੇਂ ਸਾਰੇ ਇਕੱਠੇ ਹੋ ਕੇ ਮੇਰੇ ਅੰਦਰ ਆ ਕੇ ਨਾ ਬਹੁਤ ਸੋਹਣਾ ਗਾਉਣ ਸ਼ੁਰੂ ਕਰ ਦਿੱਤਾ ਹੋਵੇ, ਇਸ ਤਰ੍ਹਾਂ ਦਾ ਮੇਰੇ ਅੰਦਰ ਰਸ ਬਣ ਗਿਆ, ਆਨੰਦ ਬਣ ਗਿਆ ਹੈ। ਹੁਣ ਇਹ ਇੱਕ ਉਦਾਹਰਨ ਦੇ ਤੌਰ ਤੇ ਸ਼ਬਦ ਹਨ, ਕਿਉਂਕਿ ਉਸ ਆਨੰਦ ਨੂੰ ਸਮਝਾਉਣ ਲਈ ਹੁਣ ਸ਼ਬਦ ਤਾਂ ਕੋਈ ਵਰਤਣਾ ਪਏਗਾ। ਤਾਂ ਗੁਰੂ ਸਾਹਿਬ ਨੇ ਪ੍ਰਚਲਿਤ ਸ਼ਬਦ ਜਿਵੇਂ ਰਾਗ ਗਾਇਆ ਤੇ ਆਨੰਦ ਬਣਦਾ ਹੈ, ਰਸ ਬਣਦਾ ਹੈ। ਗੁਰੂ ਸਾਹਿਬ ਫਰਮਾਉਂਦੇ ਨੇ ਵੀ ਉਹ ਤਾਂ ਜਦੋਂ ਕੋਈ ਆਵੇਗਾ, ਕੋਈ ਰਾਗ ਗਾਏਗਾ, ਕੋਈ ਸਾਜ਼ ਵਜਾਏਗਾ ਤਾਂ ਹੋਏਗਾ ਨਾ। ਪਰ ਜਦੋਂ ਤੁਸੀਂ ਆਤਮਿਕ ਆਨੰਦ ਦੇ ਰਸਤੇ ਤੇ ਚੱਲੋਗੇ, ਗੁਰੂ ਦੀ ਕਹੀ ਗੱਲ ਨੂੰ ਜੀਵਨ ਦਾ ਆਧਾਰ ਬਣਾਓਗੇ, ਸਹਿਜ ਆਏਗਾ। ਉਹ ਸਹਿਜ ਦੇ ਵਿੱਚ, ਟਿਕਾਓ ਦੇ ਵਿੱਚ ਤੁਹਾਡੇ ਅੰਦਰ ਇੱਕ ਬੜਾ ਰਸ ਪੈਦਾ ਹੋਵੇਗਾ, ਜਿਵੇਂ ਕਿ ਸਾਰੇ ਰਾਗ ਰਾਗਣੀਆਂ ਆ ਕੇ ਬਹੁਤ ਸੁੰਦਰ ਗਾਉਣਾ ਸ਼ੁਰੂ ਕਰ ਦੇਣਾ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੇ ਵਸਾਇਆ। ਸ਼ਬਦ ਤਾਂ ਗਾਉਂਦੇ ਨੇ, ਪਰ ਸ਼ਬਦ ਵਾਹਿਗੁਰੂ ਜੀ ਦੀ ਸਿਫਤ ਸਲਾਹ ਦਾ। ਮਨ ਦੇ ਵਿੱਚ ਰਸ ਤਾਂ ਹੈ, ਪਰ ਇਹ ਰਸ ਹੈ ਰੱਬ ਦੀ ਸਿਫਤ ਸਲਾਹ ਦਾ। ਸਹਿਜ ਵੀ ਹੈ ਤੇ ਰਸ ਵੀ ਹੈ। ਤੇ ਧਿਆਨ ਦੇਣਾ, ਦੁਨੀਆ ਦੇ ਵਿੱਚ ਜਦੋਂ ਬਾਕੀ ਧਰਮਾਂ 'ਚ ਸਹਿਜ ਦੀ ਗੱਲ ਆਉਂਦੀ ਹੈ ਤਾਂ ਉੱਥੇ ਇੱਕ ਬੇਰਸੀ ਦਾ ਜ਼ਿਕਰ ਆਉਂਦਾ ਹੈ। ਕੋਈ ਸਾਧੂ ਮਹਾਤਮਾ ਬੇਰਸਿਆ ਜਿਹਾ ਜੀਵਨ ਤੇ ਬਹੁਤ ਹੀ ਕੁਰੱਖਤ ਜਿਹਾ ਸੁਭਾਅ ਮਾਨੋ, ਤੇ ਇੱਕ ਭਗਤੀ 'ਚ ਲੀਨ ਹੋ ਕੇ ਬੈਠੇ ਨੇ ਤੇ ਰਸ ਨਹੀਂ ਹੈ ਉੱਥੇ। ਪਰ ਦੂਜੇ ਪਾਸੇ ਜਿੱਥੇ ਦੁਨੀਆ 'ਚ ਰਸ ਦਾ ਜ਼ਿਕਰ ਆਉਂਦਾ ਹੈ, ਉੱਥੇ ਰਸ ਦੇ ਵਿੱਚ ਬਹੁਤ ਨੱਚਣਾ ਟੱਪਣਾ, ਈਵਨ ਨਸ਼ੇ ਵਰਤਣੇ, ਉਹ ਜ਼ਿਆਦਾ ਹੁੱਲੜਬਾਜ਼ੀ ਹੈ। ਤਾਂ ਗੁਰਮਤ ਦੇ ਵਿੱਚ ਜਿੱਥੇ ਰਸ ਹੈ ਉਹਦੇ ਨਾਲ ਸਹਿਜ ਹੈ, ਪਰ ਜਿੱਥੇ ਸਹਿਜ ਹੈ ਉੱਥੇ ਨਿਰਾਸ਼ਤਾ ਨਹੀਂ ਹੈ, ਸਹਿਜ ਦੇ ਵਿੱਚ ਵੀ ਰਸ ਹੈ। ਤਾਂ ਸਾਹਿਬ ਜੀ ਫਰਮਾ ਰਹੇ ਨੇ ਕਿ ਸਹਿਜ ਆ ਗਿਆ ਰਸ ਵਾਲਾ, ਤੇ ਰਾਗ ਆ ਗਏ ਆਨੰਦ ਦੇਣ ਵਾਲੇ। ਹੁਣ ਇਦਾਂ ਦੀ ਮਨ ਦੀ ਇੱਕ ਰਸਮਈ ਆਨੰਦਮਈ ਅਵਸਥਾ ਬਣ ਗਈ ਆਨੰਦ ਦੇ ਵਿੱਚ। ਜਦ ਇਸ ਰਸਤੇ ਤੇ ਚੱਲੇ ਤੇ ਇਸ ਰਸ ਤੇ ਇਸ ਆਨੰਦ ਦੇ ਵਿੱਚ ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੇ ਵਸਾਇਆ। ਤੇ ਜਿਨ੍ਹਾਂ ਨੇ ਆਪਣੇ ਮਨ 'ਚ ਉਹ ਸ਼ਬਦ ਨੂੰ ਵਸਾ ਲਿਆ ਨਾ, ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਗੁਰੂ ਸਾਹਿਬ ਫਰਮਾ ਰਹੇ ਨੇ ਵੀ ਆਨੰਦ ਬਣ ਜਾਂਦਾ ਹੈ ਜਦੋਂ ਗੁਰੂ ਨੂੰ ਪ੍ਰਾਪਤ ਕਰ ਲਈਏ। ਸੋ ਅਖੀਰਲੀ ਪੌੜੀ ਤੇ ਆ ਕੇ ਫਿਰ ਅਖੀਰਲੀ ਪੰਕਤੀ 'ਚ ਪਹਿਲੀ ਪੰਕਤੀ ਵਾਲੀ ਗੱਲ ਨੂੰ ਸਮਝਾਇਆ। ਭਾਵ ਇਹ ਕਿ ਜ਼ਿੰਦਗੀ 'ਚ ਜੇ ਆਤਮਿਕ ਆਨੰਦ ਦੇ ਰਸਤੇ ਤੇ ਚੱਲਣਾ ਹੈ, ਤੁਹਾਨੂੰ ਗੁਰੂ ਮਹਾਰਾਜ ਦੇ ਦੱਸੇ ਰਸਤੇ ਤੇ ਚੱਲਣਾ ਪਏਗਾ। ਤੇ ਜਿਹੜਾ ਮਨੁੱਖ ਸਤਿਗੁਰੂ ਜੀ ਦੇ ਦੱਸੇ ਮਾਰਗ ਤੇ ਚੱਲਦਾ ਹੈ, ਯਕੀਨਨ ਹੀ ਉਹ ਆਤਮਿਕ ਆਨੰਦ ਨੂੰ ਪ੍ਰਾਪਤ ਕਰਦਾ ਹੈ। ਤਾਂ ਆਤਮਿਕ ਆਨੰਦ ਨੂੰ ਪ੍ਰਾਪਤ ਕਰਨ ਦੀ ਪਹਿਲੀ ਪੌੜੀ ਕਿੱਥੋਂ ਆਰੰਭ ਹੋ ਰਹੀ ਹੈ? ਗੁਰੂ ਵਾਲੇ ਬਣਨਾ, ਸਤਿਗੁਰੂ ਜੀ ਦੇ ਦੱਸੇ ਰਸਤੇ ਤੇ ਚੱਲਣ ਦਾ ਪ੍ਰਣ ਕਰਨਾ। ਤੇ ਜਿਹੜਾ ਪ੍ਰਣ ਕਰੇਗਾ ਉਹ ਜ਼ਰੂਰ ਹੀ ਆਤਮਿਕ ਆਨੰਦ ਨੂੰ ਪ੍ਰਾਪਤ ਕਰੇਗਾ। ਤਾਂ ਇਸ ਤੋਂ ਅੱਗੇ ਹੁਣ ਗੁਰੂ ਸਾਹਿਬ ਜੀ ਅਗਲੀਆਂ ਪੌੜੀਆਂ 'ਚ ਹੋਰ ਇਸ ਗੱਲ ਨੂੰ ਸਪਸ਼ਟ ਕਰਦੇ ਜਾਣਗੇ। ਸੋ ਆਓ ਸਤਿਗੁਰੂ ਜੀ ਰਹਿਮਤ ਕਰਨ, ਬਾਣੀ ਦੀ ਵਿਚਾਰ ਨਾਲ ਜੁੜ ਕੇ ਵੱਧ ਤੋਂ ਵੱਧ ਲਾਹੇ ਪ੍ਰਾਪਤ ਕਰੀਏ। ਦਾਸ ਵੱਲੋਂ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਗੁਰੂ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।